Hello everyone, welcome to Victor's Knowledge. This is Chinu Sharma. So today we are going to take up important lecture that is children with special needs for the exam of Anganwadi supervisor. So already मैं previous lectures upload ਕੀਤੇ ਹੋਏ ਨੇ. I hope ਤੁਸੀਂ ਉਹ ਸਾਰੇ lectures ਦੇਖ ਲਏ ਹੋਣਗੇ. One more important thing before we begin with the today's lecture, I have launched specially compiled supervisor 5 mock test and the price is rupees 350. बाकी जे तुसी child care ਦੇ ਇਹ ਜਿੰਨੇ ਵੀ lectures ਨੇ plus ਕੁਝ important ਹੋਰ ਮੈਂ updation addition ਕੀਤੀਆਂ ਹੋਈਆਂ ਨੇ notes ਦੇ ਵਿੱਚ ਉਹ ਲੈਣਾ ਚਾਹੁੰਦੇ ਹੋ with MCQs for practice and 5 mock test ਇਹ ਤਿੰਨੋਂ ਚੀਜ਼ਾਂ then price is rupees 600. So ਤੁਸੀਂ ਇਹਨਾਂ ਨੂੰ ਬਾਏ ਕਰਨ ਦੇ ਲਈ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com. Now starting with our today's topic. ਸਭ ਤੋਂ ਪਹਿਲਾਂ ਜੇ ਆਪਾਂ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰੀਏ children with special needs. children ਬੱਚੇ needs ਦਾ ਮਤਲਬ ਹੈ ਜ਼ਰੂਰਤਾਂ special needs ਦਾ ਮਤਲਬ ਹੈ ਕੁਝ ਇਹੋ ਬੱਚੇ ਹੁੰਦੇ ਨੇ ਜਿਨ੍ਹਾਂ ਵੱਲ ਨਾਰਮਲ ਹੈਲਦੀ ਬੱਚਿਆਂ ਨਾਲੋਂ ਅਲੱਗ ਤੋਂ ਧਿਆਨ ਦੇਣ ਦੀ ਲੋੜ ਪੈਂਦੀ ਹੈ ਚਾਹੇ ਆਪਾਂ ਉਹ ਬੱਚਿਆਂ ਦੀ ਘਰ ਵਿੱਚ ਦੇਖਭਾਲ ਕਰ ਰਹੇ ਹਾਂ ਚਾਹੇ ਉਹਨਾਂ ਦੀ ਆਪਾਂ ਪੜ੍ਹਾਈ ਦੀ ਗੱਲ ਕਰੀਏ ਸਪੈਸੀਫਿਕਲੀ ਜਿਹੜਾ ਟੌਪਿਕ ਹੈ ਇਹਦੇ ਵਿੱਚ ਆਪਾਂ ਸਪੈਸ਼ਲ ਨੀਡਸ ਦੇ ਚਿਲਡਰਨ ਦੀ ਐਜੂਕੇਸ਼ਨ ਕਿਵੇਂ ਰਹਿੰਦੀ ਹੈ ਕਿਵੇਂ ਉਹਨਾਂ ਦਾ ਸਾਰਾ ਸਿਲੇਬਸ ਰਹਿੰਦਾ ਹੈ ਟੀਚਰਸ ਨੂੰ ਕਿਵੇਂ ਧਿਆਨ ਦੇਣਾ ਚਾਹੀਦਾ ਹੈ ਸਕੂਲ ਨੂੰ ਕੀ ਫੋਲੋ ਕਰਨਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਪੜਾਂਗੇ ਸੋ ਸਟਾਰਟਿੰਗ ਵਿਦ ਬੈਕਗ੍ਰਾਉਂਡ ਜੇ ਆਪਾਂ ਪਿੱਛੇ ਜਾਈਏ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ ਤਾਂ ਉਦੋਂ ਤੋਂ ਹੀ ਕੁਝ ਇੰਪੋਰਟੈਂਟ ਅਫੀਸ਼ੀਅਲ ਸੀ ਮਿਨਿਸਟਰ ਸੀ ਜਿਨ੍ਹਾਂ ਦਾ ਧਿਆਨ ਇਸ ਚੀਜ਼ ਵੱਲ ਜਾਣ ਲੱਗ ਗਿਆ ਸੀ ਕਿਉਂਕਿ ਡਿਸੇਬਲ ਪਰਸਨ ਹੋ ਗਿਆ ਕੋਈ ਇੰਪਾਇਰਮੈਂਟ ਵਾਲਾ ਪਰਸਨ ਹੋ ਗਿਆ ਬੱਚਾ ਹੋ ਗਿਆ ਇਹ ਚੀਜ਼ ਬਹੁਤ ਕਾਮਨ ਹੈ ਸੋ 1944 ਦੇ ਵਿੱਚ ਜਿਹੜੀ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਸੀ ਪਹਿਲੀ ਵਾਰੀ ਉਹਨਾਂ ਨੇ ਕੰਪਰੀਹੈਂਸਿਵ ਰਿਪੋਰਟ ਤਿਆਰ ਕੀਤੀ ਸੀ ਪੋਸਟ ਵਾਰ ਡਿਵੈਲਪਮੈਂਟ ਆਫ ਦ ਕੰਟਰੀ ਜਦੋਂ ਦੂਜੀ ਵਰਲਡ ਵਾਰ ਹੋਈ 1944 ਸਾਲ ਆ ਗਿਆ ਦੂਜੀ ਵਰਲਡ ਵਾਰ ਤੋਂ ਬਾਅਦ ਕਾਫੀ ਸਾਰੇ ਬੱਚੇ ਡਿਸੇਬਲ ਹੋਏ ਇੰਪੇਅਰ ਹੋਏ ਉਹਨਾਂ ਦੇ ਕਿਸੇ ਆਰਗਨਸ ਦੇ ਵਿੱਚ ਕੋਈ ਡਿਸਫੰਕਸ਼ਨ ਹੋ ਗਿਆ ਸੋ ਉੱਥੇ ਕੀ ਸੀ ਇੱਕ ਜ਼ਰੂਰਤ ਮਹਿਸੂਸ ਹੋਈ ਕਿ ਦੇਸ਼ ਦੇ ਅੰਦਰ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਇਹਨਾਂ ਦੀ ਅਪਬ੍ਰਿੰਗਿੰਗ ਦਾ ਕਿਵੇਂ ਇਹਨਾਂ ਨੂੰ ਬਾਕੀ ਬੱਚਿਆਂ ਦੇ ਬਰਾਬਰ ਆਪਾਂ ਨੇ ਅਪਲਿਫਟ ਕਰਨਾ ਹੈ ਉਹ ਚੀਜ਼ਾਂ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਇਸੇ ਚੀਜ਼ ਨੂੰ ਦੇਖਦੇ ਹੋਏ 1944 ਦੇ ਵਿੱਚ ਇੱਕ ਰਿਪੋਰਟ ਆਈ ਜਿਹਦਾ ਨਾਮ ਸੀ ਸਾਰਜੈਂਟ ਰਿਪੋਰਟ ਇਸ ਰਿਪੋਰਟ ਦੇ ਅਨੁਸਾਰ ਹੈਂਡੀਕੈਪਡ ਬੱਚਿਆਂ ਦੀ ਦੇਸ਼ ਦੇ ਨੈਸ਼ਨਲ ਸਿਸਟਮ ਆਫ ਐਜੂਕੇਸ਼ਨ ਦੇ ਵਿੱਚ ਕਿਵੇਂ ਪੜ੍ਹਾਈ ਕਰਵਾਈ ਜਾਊਗੀ ਕੀ ਸਿਲੇਬਸ ਰਹੂਗਾ ਉਹਨਾਂ ਦੇ ਲਈ ਕੁਝ ਸਪੈਸ਼ਲ ਸਕੂਲਸ ਹੋਣ ਜਿੱਥੇ ਸਿਰਫ ਉਹਨਾਂ ਦੀਆਂ ਨੀਡਸ ਨੂੰ ਦੇਖਦੇ ਹੋਏ ਹੀ ਫੋਕਸ ਕਰਕੇ ਪੜ੍ਹਾਇਆ ਜਾਵੇ ਸੋ ਇਹ ਸਾਰੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਇਸ ਰਿਪੋਰਟ ਦੇ ਵਿੱਚ ਆਈ ਇੱਕ ਵਾਰ ਆਪਾਂ ਪੜ੍ਹ ਲੈਂਦੇ ਹਾਂ According to the report, provisions for the education of handicapped formed an integral part of national system of education, which was to be administered by Education Department. The responsibility भी दिती Education Department ਨੂੰ. Handicapped children were to be sent to special school only when their natures of special needs are identified. ਪਹਿਲੇ ਨੰਬਰ ਤੇ ਇਹ ਦੇਖਣਾ ਕਿ ਕਿਹੜੇ ਬੱਚੇ ਦੀ ਜ਼ਰੂਰਤ ਕੀ ਹੈ ਜਿਵੇਂ ਆਪਾਂ ਦੇਖਦੇ ਹਾਂ ਬਲਾਈਂਡ ਚਿਲਡਰਨ ਦੇ ਲਈ ਬਲਾਈਂਡ ਸਕੂਲਸ ਹੁੰਦੇ ਨੇ ਕਾਫੀ ਸਾਰੇ ਉਸੇ ਤਰ੍ਹਾਂ ਸਪੈਸ਼ਲ ਨੀਡਸ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਇਹ ਆਪਾਂ ਅੱਗੇ ਲੈਕਚਰ ਵਿੱਚ ਦੇਖਾਂਗੇ ਡਿਸੇਬਿਲਿਟੀਜ਼ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਇਆ 64 ਚਾਰਟ ਦੇ ਵਿੱਚ ਆਜ਼ਾਦੀ ਤੋਂ ਬਾਅਦ ਕੋਠਾਰੀ ਕਮਿਸ਼ਨ ਪਹਿਲਾ ਐਜੂਕੇਸ਼ਨਲ ਕਮਿਸ਼ਨ ਸੀ ਆਜ਼ਾਦ ਭਾਰਤ ਦਾ ਸੋ ਇਹ ਦੋਨੋਂ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਆਜ਼ਾਦੀ ਤੋਂ ਪਹਿਲਾਂ ਕਦੋਂ ਗੱਲ ਹੋਈ ਕਿਹੜੇ ਸਾਲ 'ਚ ਕਿਹੜੀ ਰਿਪੋਰਟ ਵਿੱਚ ਸਪੈਸ਼ਲ ਨੀਡਸ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕਿੱਥੇ ਗੱਲ ਹੋਈ It observed that education of handicapped students should be part of national education system. Same ਜਿਹੜੀ ਗੱਲ ਸਾਰਜੈਂਟ ਰਿਪੋਰਟ ਵਿੱਚ ਰੱਖੀ ਉਹੀ ਕੋਠਾਰੀ ਕਮਿਸ਼ਨ ਨੇ ਕਹਿਤੀ ਆਪਣੇ ਦੇਸ਼ ਦੇ ਅੰਦਰ ਜੇ ਆਪਾਂ ਕਰੰਟ ਪ੍ਰੈਜ਼ੈਂਟ ਸਿਨੈਰੀਓ ਦੀ ਗੱਲ ਕਰੀਏ ਤਾਂ ਇੱਕ ਕਨਸੈਪਟ ਆਉਂਦਾ ਇਨਕਲੂਸਿਵ ਐਜੂਕੇਸ਼ਨ ਦਾ NCERTs ਨੇ ਜਿੰਨੇ ਵੀ ਓਪਨ ਸਕੂਲ ਦਾ ਜੇ ਤੁਸੀਂ ਸਿਲੇਬਸ ਦੇਖੋਗੇ ਤਾਂ ਉਹਦੇ ਵਿੱਚ ਸਪੈਸ਼ਲੀ ਇਹ ਇੱਕ ਚੈਪਟਰ ਇਨਕਲੂਡ ਕਰਕੇ ਪੜ੍ਹਾਇਆ ਜਾਂਦਾ ਹੈ so that teachers ਨੂੰ ਬੱਚਿਆਂ ਨੂੰ ਜਾਗਰੂਕਤਾ ਮਿਲੇ ਕਿ ਕੁਝ ਇਹੋ ਬੱਚੇ ਵੀ ਨੇ ਜਿਨ੍ਹਾਂ ਵੱਲ ਅਲੱਗ ਤੋਂ ਧਿਆਨ ਦੇਣ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਨੂੰ ਆਪਾਂ children with special needs ਕਹਿੰਦੇ ਆ ਭਾਰਤ ਦੇ ਸੰਵਿਧਾਨ ਵਿੱਚ ਹਰ ਕਿਸੇ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਕੀਤੀ ਹੈ ਸੋ ਬਰਾਬਰ ਦੇ ਹੱਕ ਫਿਰ ਜਿਹੜੇ ਹੈਂਡੀਕੈਪ ਸਟੂਡੈਂਟ ਨੇ ਉਹਨਾਂ ਨੂੰ ਵੀ ਮਿਲਣੇ ਚਾਹੀਦੇ ਨੇ ਜਦੋਂ ਆਪਾਂ ਗੱਲ ਕਰਦੇ ਆ ਪੜ੍ਹਾਈ ਦੀ
ਰਾਈਟ ਟੂ ਐਜੂਕੇਸ਼ਨ ਐਕਟ ਕਹਿੰਦਾ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ, ਹਰ ਬੱਚੇ ਨੂੰ। ਤੇ ਜਿਹੜੇ ਫੰਡਾਮੈਂਟਲ ਰਾਈਟਸ ਹੈ ਉਹ ਇਹ ਕਹਿੰਦੇ ਨੇ 6 ਤੋਂ 14 ਸਾਲ ਦੇ ਬੱਚੇ ਨੂੰ ਕੰਪਲਸਰੀ ਤੇ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਊਗੀ। ਉਰੇ ਹੁਣ ਬੱਚਿਆਂ ਦੇ ਵਿੱਚ ਸਪੈਸ਼ਲ ਨੀਡਸ ਵਾਲੇ ਬੱਚੇ ਵੀ ਆਉਂਦੇ ਨੇ, ਇਹ ਨਹੀਂ ਕਿ ਖਰਚਾ ਜ਼ਿਆਦਾ ਹੋਊਗਾ, ਸਪੈਸ਼ਲ ਨੀਡਸ ਵਾਲਿਆਂ ਦੇ ਅਲੱਗ ਤੋਂ ਸੈਟਅਪ ਕਰਨਾ ਪਊਗਾ ਤਾਂ ਉਹਨਾਂ ਤੋਂ ਤੁਸੀਂ ਪੈਸਾ ਲਓਗੇ ਅਲੱਗ। ਦਿਸ ਇਜ਼ ਨਾਟ ਦ ਕ੍ਰਾਈਟੀਰੀਆ। ਸਪੈਸ਼ਲ ਚਿਲਡਰਨ ਨੇ, ਚਾਹੇ ਕੋਈ ਹੈਲਦੀ ਚਿਲਡਰਨ ਹੈ, 6 ਤੋਂ 14 ਸਾਲ ਤੱਕ ਦੇ ਬੱਚਿਆਂ ਦੇ ਲਈ ਸੰਵਿਧਾਨ ਨੇ ਕਹਿਤਾ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਊਗੀ। ਪਰਸਨ ਵਿਦ ਡਿਸੇਬਿਲਿਟੀ ਐਕਟ ਅਲੱਗ ਤੋਂ, ਜਿਹਦੇ ਵਿੱਚ ਬਹੁਤ ਸਾਰੀ ਫੈਸਿਲਿਟੀਜ਼ ਦੱਸੀਆਂ ਹੋਈਆਂ ਨੇ, ਰਿਜ਼ਰਵੇਸ਼ਨਸ ਨੇ ਡਿਸੇਬਲ ਪਰਸਨਸ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਟਾਈਮ ਪ੍ਰੈਜ਼ੈਂਟਲੀ ਭਾਰਤ ਦੇ ਅੰਦਰ ਸਪੈਸ਼ਲ ਨੀਡਸ ਦੇ ਚਿਲਡਰਨ ਨੂੰ, ਡਿਸੇਬਲ ਚਿਲਡਰਨ ਦੇ ਲਈ ਮੌਜੂਦ ਨੇ। ਹੁਣ ਆਪਾਂ ਕੁਝ ਇੰਪੋਰਟੈਂਟ ਟਰਮਸ ਦੇਖ ਲੈਂਦੇ ਆ ਜਿਨ੍ਹਾਂ ਬਾਰੇ ਤੁਹਾਨੂੰ ਪੇਪਰਸ ਡਾਇਰੈਕਟਲੀ MCQ ਬਣ ਕੇ ਆ ਸਕਦੇ ਨੇ। ਦੋ ਤਰ੍ਹਾਂ ਦੇ ਆਪਾਂ ਸਪੈਸ਼ਲ ਨੀਡਸ ਦੀ ਗੱਲ ਕਰਦੇ ਆ, ਦੋ ਤਰ੍ਹਾਂ ਦੇ ਬੱਚਿਆਂ ਦੀ ਗੱਲ ਕਰਦੇ ਆ। ਇੱਕ ਉਹ ਬੱਚੇ ਨੇ ਜਿਨ੍ਹਾਂ ਦੇ ਅੰਦਰ ਕੋਈ ਇੰਪਾਇਰਮੈਂਟ ਹੈ, ਇੱਕ ਉਹ ਬੱਚੇ ਨੇ ਜਿਨ੍ਹਾਂ ਦੇ ਅੰਦਰ ਕੋਈ ਡਿਸਏਬਿਲਿਟੀ ਹੈ। ਇੰਪਾਇਰਮੈਂਟ ਦਾ ਮਤਲਬ ਹੁੰਦਾ ਹੈ ਤੁਹਾਡੇ ਸਰੀਰ ਦੇ ਅੰਦਰ ਕੋਈ ਇਹੋ ਜਿਹੀ ਬਿਮਾਰੀ ਆ ਗਈ, ਕੋਈ ਇਹੋ ਜਿਹੀ ਸੱਟ ਲੱਗ ਗਈ ਜਾਂ ਕੋਈ ਇਹੋ ਜਿਹਾ ਬੋਡੀ ਪਾਰਟ ਹੈ ਜਿਹੜਾ ਸਹੀ ਤਰੀਕੇ ਨਾਲ ਜਸਟ ਫੰਕਸ਼ਨ ਨਹੀਂ ਕਰ ਪਾ ਰਿਹਾ। ਇੱਕ ਟੈਂਪਰੇਰੀ ਨੇਚਰ ਦੀ ਥੋੜੀ ਘੱਟ ਡਿਫਿਕਲਟ ਵਾਲੀ ਆਪਾਂ ਇਹਨੂੰ ਪ੍ਰੋਬਲਮ ਕਹਿ ਸਕਦੇ ਹਾਂ। ਪਰ ਡਿਸਏਬਲ ਦਾ ਮਤਲਬ ਹੈ ਤੁਹਾਡਾ ਕੋਈ ਅੰਗ ਕੰਮ ਨਹੀਂ ਕਰ ਰਿਹਾ ਜਾਂ ਫਿਰ ਕੋਈ ਬੋਡੀ ਪਾਰਟ ਤੁਹਾਡਾ ਟੁੱਟ ਚੁੱਕਿਆ, ਤੁਸੀਂ ਹੈਂਡੀਕੈਪਡ ਹੋ ਚੁੱਕੇ ਹੋ। ਸੋ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਡਿਸੇਬਲ ਦੇ ਅੰਦਰ। ਡਿਸੇਬਲ ਨੂੰ ਇੰਪੇਅਰਡ ਨਾਲੋਂ ਜ਼ਿਆਦਾ ਡਿਫਿਕਲਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ ਐਸ ਸਚ ਡੈਫੀਨੇਸ਼ਨ ਕੀ ਕਹਿ ਰਹੀ ਹੈ। ਇੰਪੇਅਰਮੈਂਟ ਇਲਨੈਸ, ਕੋਈ ਇੰਜਰੀ, ਕੰਪਲੈਕਸਿਟੀ ਅਰਾਈਜ਼ਿੰਗ ਫਰੋਮ ਐਨੀ ਡਿਫਿਕਲਟੀ ਇਨ ਦ ਵੇ ਆਰ ਬੋਡੀ ਵਰਕ। ਆਪਣਾ ਸਰੀਰ ਜਿਵੇਂ ਕੰਮ ਕਰਦਾ ਉਹਨੂੰ ਉਸੇ ਤਰ੍ਹਾਂ ਨਾਰਮਲ ਕੰਮ ਕਰਨ 'ਚ ਜਦੋਂ ਕੋਈ ਦਿੱਕਤ ਆਉਂਦੀ ਹੈ ਉਹਨੂੰ ਕਹਿੰਦੇ ਆ ਇੰਪੇਅਰਮੈਂਟ। Disability is more than a problem, difficulty with how our body work। ਆਪਣਾ ਸਰੀਰ ਕਿਵੇਂ ਕੰਮ ਕਰਦਾ ਉਹਦੇ ਨਾਲੋਂ disability ਇੱਕ ਲੈਵਲ ਉੱਪਰ ਦੀ ਪ੍ਰੋਬਲਮ ਹੈ। A child with an impairment may experience disability when functioning in an environment that impacts child's successful performance at a task। Impaired children ਨੂੰ ਆਪਾਂ ਜੇ ਇੱਕ ਵਧੀਆ environment provide ਕਰਵਾਈਏ, ਉਹਦੀ ਜੋ requirement ਹੈ ਉਹਨੂੰ provide ਕਰਵਾਈਏ ਤਾਂ ਹੋ ਸਕਦਾ ਹੈ ਕਿ ਉਹ ਆਪਣੀ ਇਸ ਪ੍ਰੋਬਲਮ ਤੋਂ ਬਾਹਰ ਨਿਕਲ ਸਕੇ, ਸਹੀ ਹੋ ਸਕੇ। ਪਰ ਡਿਸੇਬਲ ਜਿਹੜਾ ਚਾਈਲਡ ਹੈ ਉਹ ਡਿਸੇਬਲ ਹੀ ਰਹੂਗਾ ਜੇ ਡਿਸੇਬਿਲਿਟੀ ਪਰਮਾਨੈਂਟ ਨੇਚਰ ਦੀ ਹੈ। ਹੁਣ ਕੋਈ ਸਰੀਰ ਦਾ ਕੋਈ ਪਾਰਟ ਕੱਟ ਹੋ ਗਿਆ ਤਾਂ ਉਹ ਆਪਾਂ ਵਾਪਿਸ ਨਹੀਂ ਕਰ ਸਕਦੇ, ਉਹਦੇ ਵਿੱਚ ਆਪਾਂ ਕੁਝ ਥੋੜੀ ਬਹੁਤ ਸਾਇੰਟਿਫਿਕ ਤਰੀਕੇ ਦੇ ਨਾਲ ਹੈਲਪ ਕਰ ਸਕਦੇ ਹਾਂ। Thus, impairment alone may not cause inability to perform in a manner equal to other, but system within which one has to live, learn, work, operate can cause a child with impairment to be unable to perform successfully। ਇਹਦਾ ਸਿੰਪਲ ਜਿਹਾ ਮਤਲਬ ਹੈ ਕਿ ਇੰਪੇਅਰਮੈਂਟ ਆਪਣੇ ਆਪ ਵਿੱਚ ਕਿਸੇ ਬੱਚੇ ਨੂੰ ਕੁਝ ਕੰਮ ਕਰਨ ਤੋਂ ਨਹੀਂ ਰੋਕਦੀ, ਡਿਪੈਂਡ ਕਰਦਾ ਕਿ ਇੰਪੇਅਰਮੈਂਟ ਵਾਲਾ ਜਿਹੜਾ ਬੱਚਾ ਹੈ ਉਹ ਕਿਵੇਂ ਦੇ ਇਨਵਾਇਰਮੈਂਟ ਵਿੱਚ ਹੈ। ਹੁਣ ਜਿਨ੍ਹਾਂ ਨੂੰ ਕੋਈ ਸੁਣਨ ਦੀ ਪ੍ਰੋਬਲਮ ਹੁੰਦੀ ਹੈ, ਜੇ ਆਰਟੀਫਿਸ਼ੀਅਲੀ ਉਹਨਾਂ ਦੇ ਅੰਦਰ ਡਾਕਟਰ ਦੀ ਮਦਦ ਦੇ ਨਾਲ ਆਪਾਂ ਇੱਕ ਮਸ਼ੀਨ ਆਉਂਦੀ ਹੈ ਹੀਅਰਿੰਗ ਦੀ ਉਹ ਲਗਵਾ ਦਈਏ ਤਾਂ ਉਹਨਾਂ ਦੇ ਲਈ ਬਾਕੀ ਸਟੂਡੈਂਟਸ ਦੇ ਵਾਂਗੂ ਨਾਰਮਲ ਸਕੂਲ 'ਚ ਵੀ ਜਾ ਸਕਦੇ ਨੇ, ਨਾਰਮਲ ਪੜ੍ਹਾਈ ਵੀ ਕਰ ਸਕਦੇ ਨੇ। ਪਰ ਹੁਣ ਉਹੀ ਜੇ ਕੋਈ ਗਰੀਬ ਬੱਚਾ ਹੈ ਜਿਹੜੇ ਇੰਨਾ ਅਫੋਰਡ ਨਹੀਂ ਕਰ ਸਕਦੇ, ਕੋਈ ਹੀਅਰਿੰਗ ਏਡ ਅਫੋਰਡ ਨਹੀਂ ਕਰ ਸਕਦੇ, ਸੋ ਫਿਰ ਉਹੀ ਇੰਪੇਅਰਮੈਂਟ ਬੱਚੇ ਦੀ ਡਿਸੇਬਿਲਿਟੀ ਬਣ ਜਾਂਦੀ ਹੈ। ਅੱਗੇ ਹੁਣ ਮੈਂ ਕੁਝ ਕਲਾਸੀਫਿਕੇਸ਼ਨਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਇਹਨਾਂ ਨੂੰ ਤੁਸੀਂ ਪੇਪਰ ਲਈ ਬਹੁਤ ਧਿਆਨ ਨਾਲ ਸਮਝਣਾ ਹੈ। ਕਿਹੜੀ ਤਰ੍ਹਾਂ ਦੀ ਡਿਸੇਬਿਲਿਟੀ ਹੋ ਸਕਦੀ ਹੈ। ਸੈਂਸਰੀ ਡਿਸੇਬਿਲਿਟੀ, ਜਦੋਂ ਬੱਚਾ ਆਪਣੇ ਸੈਂਸ ਆਰਗਨਸ ਦੇ ਕਰਕੇ ਸਹੀ ਤਰੀਕੇ ਨਾਲ ਪਰਫਾਰਮ ਨਾ ਕਰ ਸਕੇ ਕੰਮ। ਸੈਂਸ ਆਰਗਨ ਕਿਹੜੇ ਹੁੰਦੇ ਨੇ? ਟੇਸਟ ਨਾ ਸਹੀ ਕਰ ਸਕੇ, ਕੋਈ ਟੇਸਟ ਕਰਨ ਵਾਲਾ ਆਰਗਨ ਸਹੀ ਫੰਕਸ਼ਨ ਨਹੀਂ ਕਰ ਰਿਹਾ, ਸਮੈਲ ਵਾਲਾ, ਹੀਟ ਕੋਲਡ ਦਾ ਨਾ ਪਤਾ ਚੱਲੇ, ਟੱਚ ਪੇਨ ਪ੍ਰੈਸ਼ਰ ਦਾ, ਦਿਖੇ ਨਾ, ਸੁਣੇ ਨਾ। ਸੋ ਜਿੰਨੇ ਵੀ ਸੈਂਸ ਆਰਗਨਸ ਇਨਵਾਇਰਨਮੈਂਟ ਤੋਂ ਇਨਫੋਰਮੇਸ਼ਨ ਰਿਸੀਵ ਕਰਦੇ ਨੇ, ਆਪਣੇ ਬ੍ਰੇਨ ਤੱਕ ਪਹੁੰਚਾਉਂਦੇ ਨੇ, ਜਦੋਂ ਉਹ ਚੀਜ਼ਾਂ ਦੇ ਵਿੱਚ ਕਿਸੇ ਬੱਚੇ ਨੂੰ ਦਿੱਕਤ ਆਉਂਦੀ ਹੈ ਤਾਂ ਆਪਾਂ ਕਹਿੰਦੇ ਆ ਕਿ ਉਹਨੂੰ ਸੈਂਸਰੀ ਡਿਸਏਬਿਲਿਟੀ ਹੈ। ਦੇਖਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਸੁਣਨ ਵਿੱਚ ਪ੍ਰੋਬਲਮ ਆ ਰਹੀ ਹੈ, ਵਿਜ਼ੂਅਲ ਇੰਪੇਅਰਮੈਂਟ ਹੈ, ਹੀਅਰਿੰਗ ਹੈ, ਇਹ ਸਾਰੀਆਂ ਦੀਆਂ ਸਾਰੀਆਂ ਸੈਂਸਰੀ ਡਿਸੇਬਿਲਿਟੀਜ਼ ਨੇ। ਨੈਕਸਟ ਆ ਗਈ ਫਿਜ਼ੀਕਲ, ਕੋਈ ਫਿਜ਼ੀਕਲ ਆਰਗਨ ਕੰਮ ਨਹੀਂ ਕਰ ਪਾ ਰਿਹਾ। ਸੋ ਫਿਜ਼ੀਕਲ ਆਰਗਨ
ਜਿਵੇਂ ਕਿ ਕੋਈ ਚਿਲਡਰਨ ਹੈ ਕਿਸੇ ਪ੍ਰੋਪਰ ਚੀਜ਼ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਪਾ ਰਿਹਾ, ਜਦੋਂ ਕੋਈ ਉਹਦਾ ਫਿਜ਼ੀਕਲ ਆਰਗਨ ਹੀ ਨਹੀਂ ਆ, ਉਹਦਾ ਪੈਰ ਕੱਟ ਹੋਇਆ ਹੋਇਆ ਜਾਂ ਉਹਦੀ ਲੈਗ ਕੱਟ ਹੋਈ ਹੋਈ ਹੈ, ਹੱਥ ਨਹੀਂ ਚੱਲ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਉਦੋਂ ਆਪਾਂ ਕਹਿੰਦੇ ਆ ਫਿਜ਼ੀਕਲ ਡਿਸੇਬਿਲਿਟੀ ਵਾਲਾ ਚਿਲਡਰਨ ਹੈ। ਇੱਕ 2012 ਦੇ ਵਿੱਚ ਰਾਈਟਸ ਆਫ ਪਰਸਨ ਵਿਦ ਡਿਸੇਬਿਲਿਟੀ ਬਿੱਲ ਤਿਆਰ ਕੀਤਾ ਗਿਆ ਸੀ, ਜਿਹਦੇ ਵਿੱਚ ਇਹ ਕਲੈਰੀਫਾਈ ਕੀਤਾ ਸੀ ਕਿ ਬੈਂਚਮਾਰਕ ਡਿਸੇਬਿਲਿਟੀ ਕੀ ਹੁੰਦੀ ਹੈ ਫਿਜ਼ੀਕਲ ਡਿਸੇਬਿਲਿਟੀ ਦੇ ਨਾਲ ਰਿਲੇਟਿਡ। ਸੋ ਇਹ ਚੀਜ਼ ਦਾ ਕਨਸੈਪਟ ਆਉਂਦਾ ਜਦੋਂ ਕਿਸੇ ਨੇ ਰੈਜ਼ਰਵੇਸ਼ਨ ਵਗੈਰਾ ਕਿਤੇ ਲੈਣੀ ਹੋਵੇ। ਉਸ ਤੋਂ ਬਾਅਦ ਨੇ ਕੋਗਨੀਟਿਵ ਇੰਟੈਲੈਕਚੁਅਲ, ਜਦੋਂ ਕਿਸੇ ਬੱਚੇ ਨੂੰ ਉਹਦੇ ਬ੍ਰੇਨ ਨੂੰ ਕੋਈ ਚੀਜ਼ਾਂ ਸਮਝਣ ਦੇ ਵਿੱਚ ਡਿਫਿਕਲਟੀ ਆਉਂਦੀ ਹੈ ਜਾਂ ਬ੍ਰੇਨ ਉਲਟੀਆਂ ਸਮਝ ਲੈਂਦਾ ਹੈ, ਓਪੋਜ਼ਿਟ ਸਮਝ ਲੈਂਦਾ, ਬ੍ਰੇਨ ਤੱਕ ਜੋ ਮੈਸੇਜ ਜਾ ਰਿਹਾ ਹੈ ਉਹ ਸਹੀ ਨਹੀਂ ਜਾ ਰਿਹਾ, ਉਦੋਂ ਆਪਾਂ ਕਹਿੰਦੇ ਆ ਕੋਗਨੀਟਿਵ ਇੰਟੈਲੈਕਚੁਅਲ ਡਿਸੇਬਿਲਿਟੀ। ਇਹਦੇ ਵਿੱਚ ਸਭ ਤੋਂ ਕਾਮਨ ਹੈ ਔਟਿਜ਼ਮ ਦੀ ਬਿਮਾਰੀ ਬੱਚਿਆਂ ਅੰਦਰ। ਸੋ ਇਹ ਕਾਫੀ ਇੰਪੋਰਟੈਂਟ ਐਗਜ਼ਾਮਪਲ ਵੀ ਹੈ ਜੋ ਤੁਹਾਨੂੰ ਪੇਪਰ 'ਚ ਪੁੱਛੀ ਜਾ ਸਕਦੀ ਹੈ। ਸੋ ਇੱਕ ਵਾਰੀ ਆਪਾਂ ਰੀਡ ਕਰ ਲੈਂਦੇ ਆ ਇਹਦੀ ਡੈਫੀਨੇਸ਼ਨ ਕੀ ਕਹਿ ਰਹੀ ਹੈ। The way a child learns, ਇੱਕ ਬੱਚਾ ਕਿਵੇਂ ਕੋਈ ਚੀਜ਼ ਅੰਦਰ ਆਪਣੇ ਸਮਝ ਰਿਹਾ ਹੈ, ਉਸ ਤੋਂ ਬਾਅਦ ਸਮਝਣ ਤੋਂ ਬਾਅਦ ਉਹ ਆਪਣੇ ਬ੍ਰੇਨ ਨੂੰ ਗੱਲ ਕਿਵੇਂ ਪਹੁੰਚਾ ਰਿਹਾ ਤੇ ਉਹਦਾ ਬਾਹਰ ਰਿਜ਼ਲਟ ਕੀ ਨਿਕਲ ਕੇ ਆ ਰਿਹਾ, ਇਹ ਹੁੰਦੀ ਆ ਕੋਗਨੀਟਿਵ ਇੰਟੈਲੈਕਚੁਅਲ ਐਬਿਲਿਟੀ। ਹੁਣ ਜੇ ਕੋਈ ਬੱਚਾ ਉਹਨੂੰ ਪੇਰੈਂਟਸ ਕੋਈ ਗੱਲ ਕਹਿ ਰਹੇ ਨੇ, A ਪੜ੍ਹਾ ਰਹੇ ਨੇ, B ਪੜ੍ਹਾ ਰਹੇ ਨੇ, ਪਰ ਉਹ ਬੱਚਾ ਉਹਨੂੰ ਉਲਟਾ, ਮੰਨ ਲਓ ਉੱਥੇ M ਲਿਖਿਆ ਹੋਇਆ, ਬੱਚਾ M ਨੂੰ W ਪੜ੍ਹ ਰਿਹਾ, ਉਹਦੇ ਬ੍ਰੇਨ ਤੱਕ ਹੋ ਜਾ ਰਿਹਾ, ਉਹ ਲਿਖ W ਰਿਹਾ। ਸੋ ਇਹਦਾ ਮਤਲਬ ਹੈ ਕਿ ਉਹਦੇ ਬ੍ਰੇਨ ਤੱਕ ਸਹੀ ਮੈਸੇਜ ਨਹੀਂ ਜਾ ਰਿਹਾ। ਸੋ ਉਹ ਹੁੰਦੀ ਹੈ ਕੋਗਨੀਟਿਵ ਇੰਟੈਲੈਕਚੁਅਲ ਡਿਸੇਬਿਲਿਟੀ। By how different sense organ part of the body, brain or coordinating, ਕਿਵੇਂ ਬੱਚਾ ਆਪਣੇ ਸੈਂਸ ਆਰਗਨਸ ਦੇ ਨਾਲ ਕਿਸੇ ਚੀਜ਼ ਨੂੰ ਪਰਸੀਵ ਕਰਦਾ, ਫਿਰ ਬ੍ਰੇਨ ਕਿਵੇਂ ਕੰਮ ਕਰਦਾ, ਸਾਰੀ ਪਾਰਟਸ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਿਵੇਂ ਹੈ। ਸੋ ਉਹ ਚੀਜ਼ ਆਉਂਦੀ ਹੈ ਕੋਗਨੀਟਿਵ ਇੰਟੈਲੈਕਚੁਅਲ ਡਿਸੇਬਿਲਿਟੀ ਵਿੱਚ। ਜਿਵੇਂ ਬਹੁਤ ਵਾਰੀ ਦੇਖਿਆ ਗਿਆ ਜਿਹੜੇ ਔਟਿਜ਼ਮ ਵਾਲੇ ਜਾਂ ਇਸ ਟਾਈਪ ਦੇ ਕੋਈ ਚਿਲਡਰਨ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਹੁੰਦਾ ਕਿ ਅਸੀਂ ਰੋਣਾ ਕਦੋਂ ਹੈ, ਅਸੀਂ ਹੱਸਣਾ ਕਦੋਂ ਹੈ। ਸੋ ਇਹਦਾ ਮਤਲਬ ਇਹੀ ਆ ਕਿ ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੈ ਬ੍ਰੇਨ ਦੀ ਬਾਕੀ ਸੈਂਸ ਆਰਗਨਸ ਦੇ ਨਾਲ। ਸਿੰਸ ਸਪੈਸੀਫਿਕ ਡਿਸੇਬਿਲਿਟੀ ਜਿਵੇਂ ਔਟਿਜ਼ਮ ਸਪੈਕਟਰਮ ਹੋ ਗਿਆ, ਇੰਟੈਲੈਕਚੁਅਲ ਇੰਪੇਅਰਮੈਂਟ ਹੋ ਗਈ, ਲਰਨਿੰਗ ਡਿਫਿਕਲਟੀਜ਼ ਹੋ ਗਈ, ਕਿਸੇ ਬੱਚੇ ਨੂੰ ਪੜ੍ਹਾਈ ਨਹੀਂ ਸਮਝ ਆ ਰਹੀ, ਉਹਨੂੰ ਬੇਸਿਕ ਛੋਟੀ-ਛੋਟੀਆਂ ਜਿਹੜੀਆਂ ਆਪਣੀਆਂ ਨਾਰਮਲੀ ਡੇਲੀ ਲਾਈਫ ਦੀਆਂ ਕੰਮ ਹੁੰਦੇ ਨੇ ਉਹ ਨਹੀਂ ਕਰਨੇ ਆ ਰਹੇ, ਸਮਝ ਨਹੀਂ ਆ ਰਹੇ। Learning difficulties are primarily associated with the working of the brain, how brain process। ਸੋ ਮੈਂ ਜਿਵੇਂ ਤੁਹਾਨੂੰ ਉੱਪਰ ਸਮਝਾਇਆ ਕਿ ਬ੍ਰੇਨ ਕਿਵੇਂ ਮੈਸੇਜ ਨੂੰ ਸਮਝ ਰਿਹਾ, ਉਹ ਕਿਵੇਂ ਪਰਸੀਵ ਕਰ ਰਿਹਾ, ਇਨਫੋਰਮੇਸ਼ਨ ਨੂੰ ਕਿਵੇਂ ਰਿਸੀਵ ਕਰ ਰਿਹਾ, ਕਿਵੇਂ ਐਡਰੈਸ ਕਰ ਰਿਹਾ, ਉਹ ਸਾਰੀਆਂ ਚੀਜ਼ਾਂ ਨੇ ਕੋਗਨੀਟਿਵ ਇੰਟੈਲੈਕਚੁਅਲ ਡਿਸੇਬਿਲਿਟੀ। ਉਸ ਤੋਂ ਬਾਅਦ ਹੈ ਸਪੈਸੀਫਿਕ ਲਰਨਿੰਗ, ਵੈਰੀ ਸਿੰਪਲ। ਜਦੋਂ ਕਿਸੇ ਬੱਚੇ ਨੂੰ ਸਿੰਪਲ ਸਕਿੱਲਸ ਨੇ ਜਿਹੜੇ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ, ਇਹਨਾਂ ਵਿੱਚ ਦਿੱਕਤ ਆਉਂਦੀ ਹੈ, ਇਹਦੇ ਵਿੱਚ ਕਾਫੀ ਵਾਰੀ ਦੇਖਿਆ ਗਿਆ ਡਿਸਲੈਕਸੀਆ ਦੀ ਪ੍ਰੋਬਲਮ। ਸੋ ਇਹ ਜਿਹੜੀ ਇੰਪੋਰਟੈਂਟ ਐਗਜ਼ਾਮਪਲ ਹੈ ਇਹ ਹੈ ਸਪੈਸੀਫਿਕ ਲਰਨਿੰਗ ਡਿਸੇਬਿਲਿਟੀ ਦੀ, ਇਹ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਹੈ ਇੰਟੈਲੈਕਚੁਅਲ ਡਿਸੇਬਿਲਿਟੀ। ਇੰਟੈਲੈਕਚੁਅਲ ਡਿਸੇਬਿਲਿਟੀ ਜੇ ਆਪਾਂ ਅਲੱਗ ਤੋਂ ਗੱਲ ਕਰੀਏ ਤਾਂ ਇਹਦਾ ਮਤਲਬ ਹੈ ਜਦੋਂ ਬੱਚੇ ਦਾ ਦਿਮਾਗ ਹੀ ਸਹੀ ਨਹੀਂ ਕੰਮ ਕਰ ਰਿਹਾ, ਦਿਮਾਗ ਦੀ ਕਪੈਸਿਟੀ ਲੋ ਹੈ, ਮੈਂਟਲ ਰਿਟਾਰਡੇਸ਼ਨ ਹੈ ਕਿਸੇ ਲੈਵਲ ਤੱਕ। The term refers to lowered capacity or ability of the brain। Cognitive ਤੇ intellectual ਇਕੱਠੀ ਆਪਾਂ ਉਦੋਂ ਪੜ੍ਹਦੇ ਹਾਂ ਜਦੋਂ ਆਪਾਂ ਨੇ ਨਾਲ ਉਹਦੇ ਸੈਂਸ ਆਰਗਨਸ, ਹੋਰ ਬੋਡੀ ਪਾਰਟਸ ਤੇ ਬ੍ਰੇਨ ਨੂੰ ਇਕੱਠਾ ਆਪਾਂ ਨੇ ਸਮਝਣਾ ਹੋਵੇ ਕਿ ਉੱਥੇ ਕੋਈ ਦਿੱਕਤ ਆ ਰਹੀ ਹੈ ਕੋਆਰਡੀਨੇਸ਼ਨ ਦੀ। ਜਦੋਂ ਆਪਾਂ ਸਿੱਧੀ ਗੱਲ ਕਰਦੇ ਹਾਂ ਕਿ ਬ੍ਰੇਨ ਹੀ ਸਹੀ ਕੰਮ ਨਹੀਂ ਕਰਦਾ ਤਾਂ ਉਹਦਾ ਮਤਲਬ ਹੁੰਦਾ ਹੈ ਸਿੰਪਲੀ ਇੰਟੈਲੈਕਚੁਅਲ ਡਿਸੇਬਿਲਿਟੀ, ਮੈਂਟਲ ਰਿਟਾਰਡੇਸ਼ਨ ਵੀ ਆਪਾਂ ਕਹਿ ਸਕਦੇ ਹਾਂ। There has been a shift away from using the term retardation। So retardation term ਅੱਜਕੱਲ use ਨਹੀਂ ਕੀਤੀ ਜਾ ਰਹੀ ਕਿਉਂਕਿ ਬੱਚਿਆਂ ਦੇ ਨਾਲ ਰਿਲੇਟਡ ਕਾਫੀ ਵਾਰੀ ਏਦਾਂ ਦੇ ਹੈਵੀ ਵਰਡਸ ਨਹੀਂ use ਕਰਦੇ ਆਪਾਂ ਕਿਉਂਕਿ ਨੈਗੇਟਿਵ ਇੰਪੈਕਟ ਪਾਉਂਦੇ ਨੇ ਉਹਨਾਂ ਨੂੰ ਉਸ ਬਿਮਾਰੀ ਤੋਂ, ਉਸ ਪ੍ਰੋਬਲਮ ਤੋਂ ਬਾਹਰ ਕੱਢਣ ਦੇ ਲਈ। ਟੈਸਟ ਐਂਡ ਅਸੈਸਮੈਂਟ। ਹੁਣ ਜੇ ਆਪਾਂ ਨੇ ਇਹ ਦੇਖਣਾ ਕਿਸੇ ਬੱਚੇ ਦੀ ਇੰਟੈਲੈਕਚੁਅਲ ਕੈਪੇਬਿਲਿਟੀ ਕੀ ਹੈ, ਉਹਦੀ ਇੰਟੈਲੀਜੈਂਸ ਕਿਵੇਂ ਦੀ ਹੈ, ਉਹ ਸਹੀ ਤਰੀਕੇ ਨਾਲ ਚੀਜ਼ਾਂ ਨੂੰ ਪਰਸੀਵ ਕਰ ਰਿਹਾ ਨਹੀਂ ਕਰ ਰਿਹਾ, ਉਹਦੇ ਕੋਈ ਮੈਂਟਲੀ ਪ੍ਰੋਬਲਮ ਤਾਂ ਨਹੀਂ, ਕੋਈ ਕੋਗਨੀਟਿਵ ਇੰਟੈਲੈਕਚੁਅਲ ਡਿਸੇਬਿਲਿਟੀ ਤਾਂ ਨਹੀਂ। ਇਹਦੇ ਲਈ ਆਪਾਂ ਦੋ ਤਰ੍ਹਾਂ ਦੇ ਇੰਪੋਰਟੈਂਟ ਟੈਸਟ ਕਰਵਾਉਂਦੇ ਆ। ਇੱਕ ਹੁੰਦਾ ਉਹਦੀ ਇੰਟੈਲੀਜੈਂਸ ਕੋਸ਼ੈਂਟ ਚੈੱਕ ਕਰਨ ਦੇ ਲਈ IQ ਟੈਸਟ, ਦੂਜਾ ਹੁੰਦਾ ਅਡੈਪਟਿਵ ਮੈਜ਼ਰ। ਅਡੈਪਟਿਵ ਮੈਜ਼ਰ ਦਾ ਸਿੰਪਲ ਜਿਹਾ ਇੱਕ ਤਰੀਕਾ ਹੁੰਦਾ, ਇਹ ਚੈੱਕ ਕੀਤਾ ਜਾਂਦਾ
ਕਿ ਆਪਣੇ ਆਲੇ ਦੁਆਲੇ ਦੇ এনवायरमेंट ਦੇ ਨਾਲ ਜੇ ਬੱਚਾ ਘਰ ਵਿੱਚ ਆ ਤਾਂ ਘਰ ਵਿੱਚ ਸਹੀ ਤਰੀਕੇ ਨਾਲ ਉਹਦਾ ਸੋਸ਼ਲ ਬਿਹੇਵੀਅਰ ਕੀ ਹੈ, ਸਾਰੇ ਨਾਲ ਜੈਲ ਅਪ ਕਰ ਰਿਹਾ ਹੈ। ਜੋ ਸਕੂਲ ਵਿੱਚ ਹੈ ਤਾਂ ਸਕੂਲ ਵਿੱਚ ਕਿਵੇਂ ਆਪਣੇ ਫਰੈਂਡਸ ਬਣਾ ਰਿਹਾ ਹੈ, ਉਹ ਜ਼ਿਆਦਾ ਚਿੜਚਿੜਾ ਤਾਂ ਨਹੀਂ ਹੈ, ਉਹਨੂੰ ਸਮਝ ਆ ਰਹੀਆਂ ਨੇ ਚੀਜ਼ਾਂ, ਬੇਸਿਕ ਜੋ ਟੀਚਰ ਪੜ੍ਹਾ ਰਿਹਾ ਹੈ ਉਹ ਉਸ ਚੀਜ਼ ਨੂੰ ਰਿਟੇਨ ਕਰ ਰਿਹਾ ਹੈ। ਸੋ ਇਹ ਹੈ ਅਡੈਪਟਿਵ ਸਕਿੱਲ। ਇੰਟੈਲੀਜੈਂਸ ਟੈਸਟ ਦੇ ਵਿੱਚ ਬੱਚੇ ਦਾ ਸਟੈਂਡਰਡ ਚੈੱਕ ਕੀਤਾ ਜਾਂਦਾ, ਅਲੱਗ-ਅਲੱਗ ਸੈੱਟ ਮੈਜਰਸ ਨੇ। ਇੰਡੀਅਨ ਗਵਰਨਮੈਂਟ ਦੇ ਆਪਣੇ ਕੁਝ ਅਲੱਗ ਤੋਂ ਸੈੱਟ ਮੈਜਰਸ ਨੇ ਜਿਹਦੇ ਅੰਦਰ ਬੱਚੇ ਦੀ ਇੰਟੈਲੀਜੈਂਸ ਕੋਸ਼ੈਂਟ ਚੈੱਕ ਕੀਤੀ ਜਾਂਦੀ ਹੈ। ਸਟੂਡੈਂਟਸ ਨੂੰ ਅਲੱਗ-ਅਲੱਗ ਟੈਸਟ ਤੋਂ ਨਿਕਲਣਾ ਪੈਂਦਾ ਹੈ। ਨੈਕਸਟ ਜੇ ਆਪਾਂ ਗੱਲ ਕਰੀਏ ਐਜੂਕੇਸ਼ਨਲ ਪ੍ਰੋਵੀਜ਼ਨਸ ਦੀ ਫॉर ਚਿਲਡਰਨ ਵਿਦ ਸਪੈਸ਼ਲ ਨੀਡਸ, 1970 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਸੈਂਟਰਲੀ ਸਪਾਂਸਰਡ ਸਕੀਮ ਲਾਂਚ ਕੀਤੀ ਸੀ, ਇੰਟੀਗ੍ਰੇਟਿਡ ਐਜੂਕੇਸ਼ਨ ਫॉर ਡਿਸਏਬਲਡ ਚਿਲਡਰਨ। ਇਸ ਸਕੀਮ ਦਾ ਮੇਨ ਮਕਸਦ ਸੀ ਐਜੂਕੇਸ਼ਨਲ ਅਪੋਰਚੁਨਿਟੀਜ਼ ਪ੍ਰੋਵਾਈਡ ਕਰਵਾਉਣੀਆਂ ਡਿਸਏਬਲਡ ਲਰਨਰਸ ਨੂੰ। ਕਰਿਕੂਲਰ ਇਸ਼ੂਜ਼ ਕੰਸਰਨਸ, ਕੋਈ ਬੱਚਾ ਸਹੀ ਤਰੀਕੇ ਨਾਲ ਐਜੂਕੇਸ਼ਨ ਸਿਸਟਮ ਦੇ ਅੰਦਰ ਅਕੋਮੋਡੇਟ ਕਰ ਪਾਵੇ, ਚੀਜ਼ਾਂ ਨੂੰ ਸਮਝ ਸਕੇ, ਉਹਦੇ ਲਈ ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਅਲੱਗ ਤੋਂ ਸਿਲੇਬਸ ਸੈੱਟ ਕੀਤਾ ਜਾਵੇ। ਜਿਵੇਂ ਬਹੁਤ ਵਾਰੀ ਕੀ ਹੁੰਦਾ, ਇੱਕ ਸਕ੍ਰਾਈਬ ਦਿੱਤਾ ਜਾਂਦਾ ਬਲਾਈਂਡ ਸਟੂਡੈਂਟਸ ਨੂੰ, ਫਿਜ਼ੀਕਲੀ ਹੈਂਡੀਕੈਪਡ ਸਟੂਡੈਂਟ ਨੂੰ ਇੱਕ ਟਾਈਪ ਕਰਨ ਦੇ ਲਈ, ਪੇਪਰ ਦੇ ਲਈ ਹੈਲਪਰ ਦਿੱਤਾ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪਲਾਨ, ਹਰ ਬੱਚੇ ਦੀ ਰਿਕੁਆਇਰਮੈਂਟ ਦੇਖਦੇ ਹੋਏ ਸਕੂਲਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਬੱਚੇ ਦੇ ਲਈ ਇੱਕ ਪਰਸਨਲ ਐਜੂਕੇਸ਼ਨ ਪਲਾਨ ਤਿਆਰ ਕਰਨ। ਉਹਦੇ 'ਚ ਲਿਸਟ ਹੋਵੇ ਕਿ ਬੱਚੇ ਦੀਆਂ ਕਿਹੜੀਆਂ-ਕਿਹੜੀਆਂ ਸਟਰੈਂਥ ਵਾਲੀਆਂ ਚੀਜ਼ਾਂ ਨੇ, ਕਿਹੜੀਆਂ ਵੀਕਨੈਸ ਨੇ, ਕਿਹੜੀ ਉਹਨੂੰ ਪ੍ਰੋਬਲਮ ਹੈ, ਉਹਦੇ ਲਈ ਆਪਾਂ ਕੀ ਫੈਸਿਲਿਟੀਜ਼ ਪ੍ਰੋਵਾਈਡ ਕਰਵਾ ਸਕਦੇ ਹਾਂ। ਪੇਰੈਂਟਸ ਦੇ ਨਾਲ ਇੱਕ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਟੀਚਰਸ ਦੀ। ਟੀਚਰਸ ਤੇ ਸਟੂਡੈਂਟਸ ਨੇ ਇੱਕ ਗੋਲ ਤੇ ਆਬਜੈਕਟਿਵ ਸੈੱਟ ਕਰਨੇ ਨੇ ਜਿਹੜੇ 1 ਸਾਲ ਦੇ ਅੰਦਰ ਦੋਨਾਂ ਨੇ ਮਿਲ ਕੇ ਪੂਰੇ ਕਰਨੇ ਨੇ, ਸੋ ਦੈਟ ਉਹ ਬੱਚੇ ਦੀ ਗਰੋਥ ਹੋ ਸਕੇ, ਜੋ ਉਹਨੂੰ ਪ੍ਰੋਬਲਮ ਹੈ, ਇੰਪੇਅਰਮੈਂਟ ਹੈ, ਡਿਸੇਬਿਲਿਟੀ ਹੈ, ਉਹਦੇ ਤੋਂ ਬਾਹਰ ਨਿਕਲਿਆ ਜਾ ਸਕੇ। ਤੇ ਜਿਹੜਾ ਇਹ ਇੰਡੀਵਿਜੂਅਲ ਐਜੂਕੇਸ਼ਨ ਪਲਾਨ ਹੈ, ਜਦੋਂ ਕਿਸੇ ਸਟੂਡੈਂਟ ਦੀ ਐਡਮਿਸ਼ਨ ਹੋਈ ਹੈ ਕਿਸੇ ਸਪੈਸ਼ਲ ਨੀਡ ਵਾਲੀ ਜਗ੍ਹਾ ਤੇ, ਤਾਂ 30 ਦਿਨਾਂ ਦੇ ਅੰਦਰ ਸਟੂਡੈਂਟ ਦੀ ਸਕੂਲ ਵਿੱਚ ਪਲੇਸਮੈਂਟ ਤੋਂ ਬਾਅਦ ਇਹ ਪਲਾਨ ਤਿਆਰ ਹੋ ਜਾਣਾ ਚਾਹੀਦਾ ਹੈ ਤੇ ਇੱਕ ਕਾਪੀ ਇਸ ਪਲਾਨ ਦੀ ਪੇਰੈਂਟਸ ਨੂੰ ਭੇਜੀ ਜਾਊਗੀ, ਸੋ ਦੈਟ ਉਹ ਵੀ ਚੈੱਕ ਕਰ ਸਕਣ ਕਿ ਸਾਡੇ ਬੱਚੇ ਦੇ ਲਈ ਜੋ ਇਹ ਪਲਾਨ ਤਿਆਰ ਕੀਤਾ ਹੈ, ਜਿਸ ਤਰੀਕੇ ਨਾਲ ਉਹਨੂੰ ਫਿਊਚਰ ਦੇ ਵਿੱਚ ਪੜ੍ਹਾਇਆ ਜਾਊਗਾ, ਉਹ ਬੱਚੇ ਦੇ ਲਈ ਬਿਲਕੁਲ ਸਹੀ ਹੈ।